जो ये स्टोरी बनाई जा रही है कि जी एक बॉटल होया है, इस चीज़ ਨੂੰ मैं हजे पूरा एग्री नहीं कर रहा। ਸਾਨੂੰ 2 ਸਾਲ ਪਹਿਲਾਂ ਵੀ ਇੱਥੇ ਇੱਕ ਬਲਾਸਟ ਬਿਲਕੁਲ ਸਹੀ ਗੱਲ ਹੈ ਅਸੀਂ ਸੁਣਿਆ ਸੀ ਤੇ ਦੇਖਿਆ ਵੀ ਸਾਰਿਆਂ ਨੇ। ਚਲੋ ਉਹਨਾਂ ਇੰਪੈਕਟ ਤਾਂ ਨਹੀਂ ਸੀਗਾ, ਬਟ ਇਟ ਵਾਜ਼ ਏ ਇੰਪੈਕਟ ਆਫ ਦੀ ਸੇਮ ਲਾਈਕ ਬਲਾਸਟ। ਸਾਨੂੰ ਇੱਥੇ ਤੱਕ ਆਵਾਜ਼ ਸੁਣੀ ਹੈ। ਫਿਰ ਜਦ ਅਸੀਂ ਮੌਕੇ ਤੇ ਗਏ ਤਾਂ ਉੱਥੇ ਸ਼ੀਸ਼ੇ ਟੁੱਟੇ ਹੋਏ ਸੀਗੇ ਜੀ। ਹੁਣ ਕਿਸੇ ਬੋਟਲ ਨਾਲ ਸ਼ੀਸ਼ਾ ਨਹੀਂ ਟੁੱਟ ਸਕਦਾ ਸਰ, ਇਹ ਤੁਸੀਂ ਵੀ ਐਗਰੀ ਕਰਦੇ ਹੋ ਜੀ। ਚਾਰ ਸ਼ੀਸ਼ੇ ਟੁੱਟੇ ਆ ਜੀ ਤੇ ਇੱਥੇ ਤੱਕ ਆਵਾਜ਼ਾਂ ਸੁਣੀਆਂ ਜੀ, ਉਹ ਬੋਟਲ ਦੀ ਆਵਾਜ਼ ਨਹੀਂ ਹੋ ਸਕਦੀ ਜੀ। ਸਰ ਇਹ ਬਹੁਤ ਸੀਰੀਅਸ ਇਸ਼ੂ ਹੈ ਜੋ ਹਰ ਸਾਲ ਅਸੀਂ ਜੁਡੀਸ਼ਰੀ ਨਾਲ ਚੱਕਦੇ ਹਾਂ। ਇਹ ਇੰਨਾ ਸੀਰੀਅਸ ਇਸ਼ੂ ਹੈ ਕਿ ਇੱਥੇ ਐਕਸਪਲੋਸਿਵਸ ਵੀ ਪਏ ਹੋਏ ਆ ਜੀ। ਜਿੰਨਾ ਵੀ ਮਾਲ ਮੁਕੱਦਮਾ ਬਣਦਾ ਸਾਰਾ ਇੱਥੇ ਆ ਕੇ ਡੰਪ ਹੋ ਜਾਂਦਾ ਜੀ। ਅਸੀਂ ਹਰ ਵਾਰ ਜੁਡੀਸ਼ਰੀ ਨਾਲ ਕਹਿੰਦੇ ਵੀ ਤੁਸੀਂ 25-30 ਹਜ਼ਾਰ ਬੰਦਿਆਂ ਨੂੰ ਇੱਥੇ ਮੌਤ ਦੇ ਵਿੱਚ ਪਾ ਰਹੇ ਹੋ। ਜਿਸ ਹਿਸਾਬ ਦਾ ਐਕਸਪਲੋਸਿਵ ਇੱਥੇ ਪਿਆ ਵੀ ਇਹਨੂੰ ਚਕਾ ਕੇ ਤੇ ਸੇਫ ਸਾਈਡ ਹੀ ਕੀਤੀ ਜਾਵੇ। ਇਹ ਸਰ ਇੰਨਾ ਸੈਂਸਿਟਿਵ ਏਰੀਆ ਹੈ ਉਹ ਵਾਲਾ, ਈਵਨ ਸਾਡੀ ਕਾਰ ਪਾਰਕਿੰਗ ਨੂੰ ਵੀ ਉਹ ਕਹਿੰਦੇ ਵੀ 5-6 ਫੁੱਟ ਛੱਡ ਕੇ ਪਾਰਕ ਕਰੋ। ਤੇ ਜੇ 4-5 ਦਿਨ ਪਹਿਲਾਂ ਸਫਾਈ ਹੋਈ ਹੈ ਤੇ ਹੁਣ ਬੋਟਲਸ ਕਿੱਥੋਂ ਆ ਗਈਆਂ ਜੀ? ਬਿਲਕੁਲ ਠੀਕ ਹੈ। ਤੇ ਪਲੱਸ ਖੁੱਲੀ ਬੋਟਲ ਨੂੰ ਕਦੇ ਐਡਾ ਬਲਾਸਟ ਨਹੀਂ ਹੁੰਦਾ ਜੀ। ਬਿਲਕੁਲ ਜੇ ਬੋਟਲ ਦੇ ਵਿੱਚ ਜੇ ਅਸੀਂ ਮੰਨ ਵੀ ਲੈਂਦੇ ਜੀ ਬੋਟਲ ਦਾ ਬਲਾਸਟ ਹੈ ਤਾਂ ਬੋਟਲ ਵਿੱਚ ਕੀ ਸੀਗਾ ਜੀ ਐਜਾ, ਤੇ ਉਹ ਜੇ ਐਜਾ ਸੀਗਾ ਤੇ ਉੱਥੇ ਬਾਹਰ ਕੀ ਕਰ ਰਿਹਾ ਸੀਗਾ? ਦਿਸ ਇਜ਼ ਅ ਵੈਰੀ ਸੀਰੀਅਸ ਲੈਪਸ। ਪਰ 9 ਵਜੇ ਦੀ ਘਟਨਾ ਹੈ ਜੀ। ਬਲਾਸਟ ਬੜਾ ਤਾਂ ਨਹੀਂ ਹੈ ਪਰ ਇੰਪੈਕਟ ਉਹਦਾ ਬਹੁਤ ਜ਼ਿਆਦਾ ਸੀਗਾ ਜੀ। ਇੰਪੈਕਟ ਧਮਕ ਬਹੁਤ ਜ਼ਿਆਦਾ ਸੀਗੀ ਜੀ। ਸ਼ੀਸ਼ੇ ਟੁੱਟੇ ਹੈ, ਕੰਚ ਟੁੱਟੇ ਹੈ, ਪਰ ਫਿਰ ਪੁਲਿਸ ਤਾਂ ਆਫੀਸ਼ੀਅਲ ਤੌਰ ਤੇ ਇਹਨੂੰ ਸਿਰਫ ਇੱਕ ਕੰਚ ਦੀ ਸ਼ੀਸ਼ੀ ਟੁੱਟਣ ਦੀ, ਬੋਟਲ ਟੁੱਟਣ ਦੀ ਗੱਲ ਕਰ ਰਹੀ ਹੈ। ਅੱਜ ਤਾਂ ਜਿਹੜੇ ਬਲਾਸਟ ਤੇ ਤੁਹਾਡਾ ਸਿੱਧਾ ਚੈਲੰਜ ਹੈ ਕਿ ਇਹ ਬੋਟਲ ਦਾ ਬਲਾਸਟ ਨਹੀਂ ਹੈ ਜੀ। ਇਹ ਬੋਟਲ ਦਾ ਬਲਾਸਟ ਨਹੀਂ ਹੈ ਜੀ। ਜੁਡੀਸ਼ੀਅਲ ਆਫੀਸਰਸ ਨੂੰ ਵੀ ਚਾਹੀਦਾ ਹੈ ਕਿ ਇਸ ਚੀਜ਼ ਨੂੰ ਆਪਣੇ ਲਈ ਸੀਰੀਅਸ ਲੈਣ। ਇਹ ਸਾਡਾ ਇੱਕ ਸਾਨੂੰ ਨਾ ਦੇਖਣ, ਕਿਉਂਕਿ ਜਿਸ ਅਮਾਊਂਟ ਦੇ ਕੇਸਿਸ ਉਹਨਾਂ ਕੋਲ ਚੱਲਦੇ ਆ, ਖਤਰਾ ਤਾਂ ਉਹਨਾਂ ਤੇ ਵੀ ਹੈ ਜੀ। ਸਾਨੂੰ ਉਹਨਾਂ ਤੇ ਹੀ ਹੈ ਜੀ। ਹੋਰ ਵੀ ਮੈਂ ਦੱਸ ਦਿੰਦਾ ਜੀ, ਕੱਲ ਸਾਡੇ ਇੱਥੇ ਹਾਈ ਕੋਰਟ ਦੇ ਇੰਸਪੈਕਟਿੰਗ ਜੱਜ ਸਾਹਿਬ ਆਏ ਸੀਗੇ ਜੀ। ਤੇ ਜੇ ਇਹ ਬਲਾਸਟ ਕੱਲ ਹੋ ਜਾਂਦਾ ਜੀ ਫਿਰ ਇਹ ਕਿੱਡਾ ਵੱਡਾ ਇਸ਼ੂ ਬਣਨਾ ਸੀਗਾ ਜੀ। जनहितैषी टीआरपी नहीं खरीदते, भरोसा जीतते हैं हम। नमस्कार, सत श्री अकाल, आदाब। लुधियाना शहर ਦੇ ਵਿੱਚ ਅੱਜ ਕੋਰਟ ਕੰਪਲੈਕਸ ਦੇ ਵਿੱਚ ਇੱਕ ਬੰਬ ਬਲਾਸਟ ਹੋਣ ਦੀ ਗੱਲ ਉੱਡਦੀ ਹੈ। ਗੱਲ ਉਡਣ ਤੋਂ ਬਾਅਦ ਜਦੋਂ ਮੌਕੇ ਤੇ ਪਹੁੰਚਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਕੋਰਟ ਕੰਪਲੈਕਸ ਦੇ ਬਾਹਰ ਬਿਲਕੁਲ ਅੰਦਰ ਹੀ ਜਿਹੜਾ ਇੱਕ ਮਾਲ ਗੋਦਾਮ ਬਣਿਆ ਹੋਇਆ ਹੈ, ਜਿਹੜਾ ਜੁਡੀਸ਼ਰੀ ਦਾ ਮੇਨ ਮਾਲ ਗੋਦਾਮ ਹੈ, ਉਹਦੇ ਬਾਹਰ ਅੱਗ ਲਗਾਈ ਜਾਂਦੀ ਹੈ। ਅੱਗ ਦੇ ਵਿੱਚ ਜੋ ਕਿਹਾ ਜਾ ਰਿਹਾ ਹੈ, ਪੁਲਿਸ ਵੱਲੋਂ ਅਧਿਕਾਰਕ ਰੂਪ 'ਚ ਇਹ ਕਿਹਾ ਜਾ ਰਿਹਾ ਕਿ ਉੱਥੇ ਇੱਕ ਬੋਟਲ ਫੱਟੀ ਹੈ, ਜਿਹਦੇ ਤੋਂ ਬਾਅਦ ਜਿਹੜੇ ਹੈਗਾ ਇਹ ਬਲਾਸਟ ਹੋਇਆ। ਔਰ ਉਸ ਤੋਂ ਬਾਅਦ ਪਰ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਪੁਲਿਸ ਦੇ ਇਸ ਬਿਆਨ ਤੋਂ ਬਾਅਦ, ਕਿਉਂਕਿ ਬੋਟਲ ਫੱਟਣ ਤੋਂ ਬਾਅਦ ਇੰਨਾ ਬਲਾਸਟ ਹੋਣਾ, ਬੋਟਲ ਫੱਟਣ ਦੇ ਨਾਲ ਆਸੇ-ਪਾਸੇ ਦੀ ਖਿੜਕੀਆਂ ਦੇ ਸ਼ੀਸ਼ੇ ਟੁੱਟਣੇ, ਇਹ ਸਵਾਲ ਲਗਾਤਾਰ ਵਕੀਲ ਭਾਈਚਾਰੇ ਤੋਂ ਲੈ ਕੇ ਸਾਰੇ ਸਮਾਜ ਨੂੰ ਕੁਰੇਦ ਰਿਹਾ ਹੈ, ਬਾਰ-ਬਾਰ ਸਵਾਲ ਖੜੇ ਕਰ ਰਿਹਾ। ਸੋ ਗੱਲਬਾਤ ਕਰਨ ਪਹੁੰਚੇ ਅਸੀਂ ਇੱਥੇ। ਸਾਡੇ ਨਾਲ ਵਿਪਨ ਸੱਗੜ ਜੀ ਹੈ, ਐਡਵੋਕੇਟ ਹੈਗੇ ਆ, ਸੋ ਐਕਸ ਵਾਈਸ ਪ੍ਰੈਜ਼ੀਡੈਂਟ ਵੀ ਹੈ ਬਾਰ ਕਾਊਂਸਲ ਦੇ। ਸੋ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿੱਦਾਂ ਦਾ ਮਾਹੌਲ ਸੀ ਔਰ ਕੀ ਲੱਗਦਾ ਇਹਨਾਂ ਨੂੰ। ਸਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਰ ਜਿਹੜਾ ਅੱਜ ਬਲਾਸਟ ਜੋ ਇਹ ਸਟੋਰੀ ਬਣਾਈ ਜਾ ਰਹੀ ਹੈ ਕਿ ਜੀ ਇੱਕ ਬੋਟਲ ਹੋਇਆ, ਇਸ ਚੀਜ਼ ਨੂੰ ਮੈਂ ਹਜੇ ਪੂਰਾ ਐਗਰੀ ਨਹੀਂ ਕਰ ਰਿਹਾ। ਅੱਛਾ। ਕਿਉਂਕਿ ਸਰ ਐਡਾ ਇਹਦਾ ਇੰਪੈਕਟ ਸੀਗਾ। ਸਾਨੂੰ 2 ਸਾਲ ਪਹਿਲਾਂ ਵੀ ਇੱਥੇ ਇੱਕ ਬਲਾਸਟ ਬਿਲਕੁਲ ਸਹੀ ਗੱਲ ਅਸੀਂ ਸੁਣਿਆ ਸੀ ਤੇ ਦੇਖਿਆ ਵੀ ਸਾਰਿਆਂ ਨੇ। ਚਲੋ ਉਹਨਾਂ ਇੰਪੈਕਟ ਤਾਂ ਨਹੀਂ ਸੀਗਾ, ਬਟ ਇਟ ਵਾਜ਼ ਏ ਇੰਪੈਕਟ ਆਫ ਦੀ ਸੇਮ ਲਾਈਕ ਬਲਾਸਟ। ਸਾਨੂੰ ਇੱਥੇ ਤੱਕ ਆਵਾਜ਼ ਸੁਣੀ ਹੈ। ਫਿਰ ਜਦ ਅਸੀਂ ਮੌਕੇ ਤੇ ਗਏ ਤਾਂ ਉੱਥੇ ਸ਼ੀਸ਼ੇ ਟੁੱਟੇ ਹੋਏ ਸੀਗੇ ਜੀ। ਹੁਣ ਕਿਸੇ ਬੋਟਲ ਨਾਲ ਸ਼ੀਸ਼ਾ ਨਹੀਂ ਟੁੱਟ ਸਕਦਾ ਸਰ, ਇਹ ਤੁਸੀਂ ਵੀ ਐਗਰੀ ਕਰਦੇ ਹੋ ਜੀ। ਚਾਰ ਸ਼ੀਸ਼ੇ ਟੁੱਟੇ ਆ ਜੀ ਤੇ ਇੱਥੇ ਤੱਕ ਆਵਾਜ਼ਾਂ ਸੁਣੀਆਂ ਜੀ, ਉਹ ਬੋਟਲ ਦੀ ਆਵਾਜ਼ ਨਹੀਂ ਹੋ ਸਕਦੀ ਜੀ। ਅੱਜ ਤੱਕ ਮੈਂ ਕੋਈ ਬੋਟਲ ਦੀ ਫਟਦੇ ਦੀ ਕੋਈ ਆਵਾਜ਼ ਨਹੀਂ ਸੁਣੀ। ਅਸੀਂ ਜਿੰਨੇ 15-16 ਸਾਲ ਦੀ ਮੇਰੀ ਪ੍ਰੈਕਟਿਸ ਹੋ ਗਈ ਹੈ ਜੀ, ਬਲਾਸਟਿਕ ਅਸੀਂ ਜਿੰਨੀਆਂ ਵੀ ਰਿਪੋਰਟਸ, ਬੈਲਿਸਟਿਕ ਰਿਪੋਰਟਸ ਅਸੀਂ ਆ ਜੋ ਅਸੀਂ ਸੀਨੀਅਰਸ ਨੂੰ ਵੀ ਅਸੀਂ ਜਿਹੜਾ ਕਰਦੇ ਆ, ਜੋ ਅੱਜ ਤੱਕ ਸੁਣਿਆ ਇਹ ਬੋਟਲ ਦਾ ਇੰਪੈਕਟ ਨਹੀਂ ਹੈਗਾ ਜੀ। ਬੋਟਲ ਦਾ ਇੰਪੈਕਟ ਨਹੀਂ ਹੈਗਾ ਜੀ। ਸਰ ਕਿਹਾ ਜਾ ਰਿਹਾ ਜਿਵੇਂ ਉੱਥੇ ਮਾਲ ਗੋਦਾਮ ਸੀਗਾ, ਸੋ ਮਾਲ ਗੋਦਾਮ ਦੇ ਵਿੱਚ ਕਿਹੋ ਜਿਹੀਆਂ ਚੀਜ਼ਾਂ ਪਈਆਂ ਹੁੰਦੀਆਂ?
ਸਰ ਇਹ ਬਹੁਤ ਸੀਰੀਅਸ ਇਸ਼ੂ ਹੈ ਜੋ ਹਰ ਸਾਲ ਅਸੀਂ ਜੁਡੀਸ਼ੀ ਨਾਲ ਚੱਕਦੇ ਹਾਂ। ਇਹ ਇੰਨਾ ਸੀਰੀਅਸ ਇਸ਼ੂ ਹੈ ਕਿ ਇੱਥੇ ਐਕਸਪਲੋਸਿਵਸ ਵੀ ਪਏ ਹੋਏ ਆ ਜੀ। ਜਿੰਨਾ ਵੀ ਮਾਲ ਮੁਕੱਦਮਾ ਬਣਦਾ ਸਾਰਾ ਇੱਥੇ ਆ ਕੇ ਡੰਪ ਹੋ ਜਾਂਦਾ ਜੀ, ਬਿਕੋਜ਼ ਕੇਸ ਦੇ ਵਿੱਚ ਕੇਸ ਪ੍ਰੋਪਰਟੀ ਸ਼ੋਅ ਕਰਨੀ ਹੁੰਦੀ ਹੈ ਕੋਰਟ ਨੂੰ। ਬਟ ਜੇ ਆਪਾਂ ਇੱਥੇ ਹਰ ਰੋਜ਼ 25 ਤੋਂ 30 ਹਜ਼ਾਰ ਬੰਦਾ ਆਉਂਦਾ ਜੀ, ਸਟਾਫ, ਲਾਇਰਸ ਤੇ ਲਿਟੀਗੈਂਟਸ ਮਿਲਾ ਕੇ, ਅਸੀਂ ਹਰ ਵਾਰ ਜੁਡੀਸ਼ੀ ਨੇ ਕਰਨਾ ਵੀ ਤੁਸੀਂ 25-30 ਹਜ਼ਾਰ ਬੰਦਿਆਂ ਨੂੰ ਇੱਥੇ ਮੌਤ ਦੇ ਵਿੱਚ ਪਾ ਰਹੇ ਹੋ। ਜਿਸ ਹਿਸਾਬ ਦਾ ਐਕਸਪਲੋਸਿਵ ਇੱਥੇ ਪਿਆ ਵੀ ਇਹਨੂੰ ਚਕਾ ਕੇ ਤੇ ਸੇਫ ਸਾਈਡ ਹੀ ਕੀਤੀ ਜਾਵੇ। ਇਹ ਸਰ ਇੰਨਾ ਸੈਂਸਿਟਿਵ ਏਰੀਆ ਹੈ ਉਹ ਵਾਲਾ, ਈਵਨ ਸਾਡੀ ਕਾਰ ਪਾਰਕਿੰਗ ਨੂੰ ਵੀ ਉਹ ਕਹਿੰਦੇ ਵੀ 5-6 ਫੁੱਟ ਛੱਡ ਕੇ ਪਾਰਕ ਕਰੋ। ਓਕੇ, ਮਤਲਬ ਇਹ ਨਾਰਮਲ ਰੂਟੀਨ ਚ ਕਹਿੰਦੇ, ਨਾਰਮਲ ਰੂਟੀਨ ਚ ਕਹਿੰਦੇ ਜੀ ਤੁਸੀਂ ਉੱਥੇ ਕਾਰ ਨਹੀਂ ਪਾਰਕ ਕਰ ਸਕਦੇ, ਸਾਨੂੰ ਇੱਕ ਲਾਈਨ ਛੱਡ ਕੇ ਉੱਥੇ ਜਾਣਾ ਪੈਂਦਾ। ਅੱਛਾ ਜੀ। ਯੂ ਕੈਨ ਨਾਟ ਪੁੱਟ ਪ੍ਰੈਸ਼ਰ ਈਵਨ ਔਨ ਦੀ ਸੋਇਲ ਆਫ ਦੈਟ ਲੈਂਡ ਆਲਸੋ। ਤੇ ਅਸੀਂ ਕਦੇ ਨਹੀਂ ਕੀਤਾ, ਅਸੀਂ ਪੂਰਾ ਕਰਦੇ ਕਿਉਂਕਿ ਸਾਡਾ ਵੀ ਅਸੀਂ ਵੀ ਕੇਸ ਲੜਦੇ ਹਾਂ। ਇਹ ਤਾਂ ਸਰ ਬੜੀ ਗੰਭੀਰ ਗੱਲ ਹੈ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਕਿ ਜੇ ਉਹ ਮਾਲ ਗੋਦਾਮ ਹੈ ਉਹਦੇ ਅੰਦਰ ਐਕਸਪਲੋਰ ਜਿੱਦਾਂ ਦੇ ਚੀਜ਼ਾਂ ਪਈਆਂ ਤੇ ਉਹਦੇ ਬਾਹਰ ਹੀ ਅੱਗ ਲਗਾਉਣ ਦੀ ਪਰਮਿਸ਼ਨ ਕਿਹਨੇ ਦੇਤੀ? ਸਰ ਇਹਦਾ ਬਹੁਤ ਬੜਾ ਬਲੰਡਰ ਹੈ ਜੀ, ਮੈਂ ਬਲੰਡਰ ਹੀ ਕਹੂੰਗਾ ਇਸ ਚੀਜ਼ ਨੂੰ, ਲੈਪਸ ਵੀ ਨਹੀਂ ਕਹੂੰਗਾ, ਬਲੰਡਰ ਹੈ। ਕਿਉਂਕਿ ਗੱਡੀ ਨਹੀਂ ਪਾਰਕ ਹੋ ਸਕਦੀ ਪਰ ਬਾਹਰ ਅੱਗ ਲਗਾਈ ਜਾ ਸਕਦੀ ਹੈ। ਹਾਂਜੀ, ਇਸੇ ਕਰਕੇ ਮੈਂ ਇਸ ਥਿਉਰੀ ਨੂੰ ਮੰਨ ਨਹੀਂ ਰਿਹਾ, ਕਿਉਂਕਿ ਉਹ ਬਹੁਤ ਜਿਹੜੇ ਉੱਥੇ ਦੇ ਜਿਹੜੇ ਮੁਲਾਜ਼ਮ ਉੱਥੇ ਤੈਨਾਤ ਨੇ ਜੀ, ਉਹ ਬਹੁਤ ਮੁਸਤੈਦੀ ਨਾਲ ਉੱਥੇ ਕੰਮ ਕਰਦੇ ਆ ਜੀ। ਮੈਂ ਵੀ ਨਹੀਂ ਕਹਿੰਦਾ ਕਿ ਉਹ ਸੁੱਤੇ ਰਹਿੰਦੇ ਆ, ਕੁਛ ਨਹੀਂ ਕਰਦੇ। ਤੁਸੀਂ ਉੱਥੇ ਹਰ ਵੇਲੇ ਮੁਲਾਜ਼ਮ ਤੈਨਾਤ ਰਹਿੰਦੇ, ਮੁਲਾਜ਼ਮ ਤੈਨਾਤ ਰਹਿੰਦੇ, ਤੁਸੀਂ ਉੱਥੇ ਕੁਛ ਨਹੀਂ ਕਰ ਸਕਦੇ ਜੀ। ਇਸ ਚੀਜ਼ ਦੀ ਉਹਨਾਂ ਦੀ ਸਿਫਤ ਹੈ ਬੰਦਿਆਂ ਦੀ। ਹਜੇ ਤੱਕ ਕੁਛ ਨਹੀਂ ਹੋਇਆ, ਸਿਰਫ ਇੱਕ ਦੋ ਇੰਸੀਡੈਂਟ ਛੱਡ ਕੇ। ਪਰ ਇਸੇ ਕਰਕੇ ਸਾਨੂੰ ਇਹ ਸ਼ੱਕ ਹੋ ਰਿਹਾ ਵੀ ਐਡਾ ਵੱਡਾ ਬਲੰਡਰ ਦੇਖੋ ਮੁਲਾਜ਼ਮ ਨਹੀਂ ਕਰ ਸਕਦੇ। ਇੱਥੇ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਣਾ ਚਾਹੁੰਦਾ, ਸਾਡੀ ਪਿਛਲੇ ਹਫਤੇ ਅਸੀਂ ਇੱਕ ਸਟ੍ਰਾਈਕ ਕੀਤੀ ਸੀਗੀ ਜੀ ਰਿਗਾਰਡਿੰਗ ਲੈਂਡ ਨੂੰ ਲੈ ਕੇ ਕਿ ਵੀ ਸਾਡੇ ਕੋਲ ਪਾਰਕਿੰਗ ਦੀ ਜਗ੍ਹਾ ਹੈ ਨਹੀਂ। ਅਸੀਂ ਸਟਾਫ ਵੀ ਰੋਕਤਾ ਸੀਗਾ, ਅਸੀਂ ਆਪਣੇ ਭਰਾਵਾਂ ਨਾਲ ਲੜੇ ਉੱਥੇ। ਸਟਾਫ ਦੇਖੋ ਸਾਡਾ ਭਰਾ ਹੈ ਜੀ, ਸਾਡੇ ਘਰ ਦੇ ਬੰਦੇ ਆ, ਸਾਡੇ ਕਈ ਵਕੀਲ ਸਾਹਿਬ ਨੇ, ਉਹਨਾਂ ਦੇ ਫਾਦਰ, ਬ੍ਰਦਰ, ਬਿਲਕੁਲ ਠੀਕ ਹੈ, ਰਿਲੇਟਿਵ ਇੱਥੇ ਸਟਾਫ ਮੈਂਬਰ ਨੇ। ਪਰ ਅਸੀਂ ਉਹਨਾਂ ਨਾਲ ਵੀ ਲੜੇ ਕਿ ਵੀ ਸਾਨੂੰ ਜਗ੍ਹਾ ਨਹੀਂ ਮਿਲਦੀ। ਫਿਰ ਸਾਡੀ ਜੁਡੀਸ਼ੀ ਨਾਲ ਬੈਠ ਕੇ ਗੱਲਬਾਤ ਹੋਈ ਤੇ ਉਹਨਾਂ ਨੇ ਇੱਥੇ ਸਫਾਈ ਵੀ ਕਰਾਈ ਸੀਗੀ ਜੀ। 3-4 ਦਿਨ ਪਹਿਲਾਂ ਸਫਾਈ ਵੀ ਹੋਈ ਹੈ ਜੀ ਇੱਥੇ, ਸਾਨੂੰ ਲੈਂਡ ਥੋੜੀ ਜਿਹੀ ਮਿਲੀ ਵੀ ਹੈ ਸਫਾਈ ਦੇ ਵਿੱਚ। ਮਤਲਬ ਜਿੱਥੇ ਮਾਲ ਗੋਦਾਮ ਹੈ ਤੁਸੀਂ ਕਹਿ ਰਹੇ ਹੋ ਉਹਦੇ ਬਾਹਰ ਹੀ ਸਫਾਈ ਕਰਾਈ ਹੈ ਹਜੇ ਜੀ, ਤੇ ਉਸ ਤੋਂ ਬਾਵਜੂਦ ਵੀ ਉੱਥੇ ਕੂੜੇ ਨੂੰ ਅੱਗ ਲਗਾਈ ਜਾ ਰਹੀ ਹੈ। ਹਾਂਜੀ, ਉਸ ਪੂਰੇ ਏਰੀਆ 'ਚ ਸਫਾਈ ਕਰਾਈ ਗਈ ਹੈ ਤੇ ਉੱਥੇ ਸਾਨੂੰ ਘੱਟੋ ਘੱਟ 25 ਤੋਂ 30 ਗੱਡੀਆਂ ਦੀ ਜਗ੍ਹਾ ਵੀ ਮੁਹੱਈਆ ਹੋਈ ਹੈ ਜੀ। ਪੂਰਾ ਏਰੀਆ ਮਾਲ ਗੋਦਾਮ ਤੋਂ ਲੈ ਕੇ ਪੂਰਾ ਏਰੀਆ ਦੀ ਗੱਲ ਮੈਂ ਕਰ ਰਿਹਾ। ਤੇ ਜੇ 4-5 ਦਿਨ ਪਹਿਲਾਂ ਸਫਾਈ ਹੋਈ ਹੈ ਤੇ ਹੁਣ ਬੋਟਲਸ ਕਿੱਥੋਂ ਆ ਗਈਆਂ ਜੀ? ਬਿਲਕੁਲ ਠੀਕ ਹੈ। ਤੇ ਪਲੱਸ ਖੁੱਲੀ ਬੋਟਲ ਨੂੰ ਕਦੇ ਐਡਾ ਬਲਾਸਟ ਨਹੀਂ ਹੁੰਦਾ ਜੀ। ਬਿਲਕੁਲ ਠੀਕ ਹੈ। ਜੇ ਬੋਟਲ ਦੇ ਵਿੱਚ, ਜੇ ਅਸੀਂ ਮੰਨ ਵੀ ਲੈਂਦੇ ਜੀ ਬੋਟਲ ਦਾ ਬਲਾਸਟ ਹੈ, ਤਾਂ ਬੋਟਲ ਵਿੱਚ ਕੀ ਸੀਗਾ ਜੀ ਐਜਾ, ਤੇ ਉਹ ਜੇ ਐਜਾ ਸੀਗਾ ਤੇ ਉਹ ਉੱਥੇ ਬਾਹਰ ਕੀ ਕਰ ਰਿਹਾ ਸੀਗਾ? ਦਿਸ ਇਜ਼ ਅ ਵੈਰੀ ਸੀਰੀਅਸ ਲੈਪਸ। ਤੇ ਇਹਦੀ ਸ਼ੀਸ਼ੇ ਜਿਸ ਹਿਸਾਬ ਨਾਲ ਟੁੱਟੇ ਹੈ ਜਿਹੜੇ ਖਿੜਕੀਆਂ ਦੇ, ਉਹ ਇਹ ਨਹੀਂ ਕਿ ਹਲਕਾ ਫੁਲਕਾ ਟੁੱਟਿਆ, ਉਹ ਤਾਂ ਪੂਰੇ ਦੇ ਪੂਰੇ ਸ਼ੀਸ਼ੇ ਹੀ। ਔਰ ਮੇਰੇ ਹਿਸਾਬ ਨਾਲ ਤੁਸੀਂ ਤਾਂ ਕੋਰਟ ਚੈਂਬਰ 'ਚ ਜਿਵੇਂ ਕੋਰਟ ਕੰਪਲੈਕਸ ਦੇ ਵਿੱਚ ਸੀ, ਕਿੰਨੇ ਵਜੇ ਦੀ ਘਟਨਾ ਤੇ ਬਲਾਸਟ ਕਿੰਨਾ ਕੁ ਵੱਡਾ ਸੀ ਤੁਹਾਡੇ ਹਿਸਾਬ ਨਾਲ? ਸਰ ਇਹ 9 ਵਜੇ ਦੀ ਘਟਨਾ ਹੈ ਜੀ। ਬਲਾਸਟ ਬੜਾ ਤਾਂ ਨਹੀਂ ਹੈ ਪਰ ਇੰਪੈਕਟ ਉਹਦਾ ਬਹੁਤ ਜ਼ਿਆਦਾ ਸੀਗਾ ਜੀ। ਇੰਪੈਕਟ ਧਮਕ ਬਹੁਤ ਜ਼ਿਆਦਾ ਸੀਗੀ ਜੀ। ਤੇ ਸ਼ੀਸ਼ੇ ਦੇਖਿਆ ਕਿ ਤੁਹਾਡੀਆਂ ਬਿਲਡਿੰਗਸ ਦੀ ਜਿਹੜੀ ਵਾਲਸ ਹੈ ਉਹ ਕੋਈ ਆਮ ਵਾਲਸ ਨਹੀਂ ਹੈ, ਪਤਲੀਆਂ ਨਹੀਂ ਹੈ, ਬਹੁਤ ਮੋਟੀਆਂ ਵਾਲਸ ਹੈ ਕਿਉਂਕਿ ਕਾਫੀ ਹਾਈ ਰਾਈਜ਼ ਬਿਲਡਿੰਗ ਹੈਗੀ ਹੈ। ਸੋ ਮੋਟੀਆਂ ਵਾਲਸ ਦੇ ਵਿੱਚੋਂ ਵੀ ਜੇ ਧਮਕ ਸੀਗੀ ਤਾਂ ਇਹਦਾ ਮਤਲਬ ਬਲਾਸਟ ਦਾ ਇੰਪੈਕਟ ਬਹੁਤ ਵੱਡਾ ਸੀਗਾ। ਇਸੇ ਕਰਕੇ ਮੈਂ ਕਿਹਾ ਜੀ ਸਾਨੂੰ ਇਹ ਬੋਟਲ ਦਾ ਬਲਾਸਟ ਲੱਗ ਨਹੀਂ ਰਿਹਾ, ਕਿਉਂਕਿ ਜੋ ਅਸੀਂ ਇੰਪੈਕਟ, ਬੈਲਿਸਟਿਕ ਇੰਪੈਕਟ ਦੀ ਮੈਂ ਗੱਲ ਇਸੇ ਕਰਕੇ ਬਾਰ-ਬਾਰ ਕਰ ਰਿਹਾ ਕਿ ਅਸੀਂ ਪੜ੍ਹੀ ਹੋਈ ਹੈ ਇਹ ਚੀਜ਼ਾਂ। ਇਹ ਇੰਪੈਕਟ ਬੋਟਲ, 1 ਬੋਟਲ 2 ਬੋਟਲ ਦਾ ਨਹੀਂ ਹੋ ਸਕਦਾ ਜੀ। ਜੇ ਉੱਥੇ 10 ਬੋਟਲਾਂ ਸੀਗੀਆਂ ਫਿਰ ਉਹ ਉੱਥੇ ਫਿਰ ਸਫਾਈ ਵਾਲੇ ਕੀ ਕਰ ਰਹੇ? ਦਿਸ ਇਜ਼ ਆਲਸੋ ਸਿਕਿਉਰਿਟੀ ਇਸ਼ੂ। ਵੀ 4 ਦਿਨ ਪਹਿਲਾਂ ਸਫਾਈ ਹੋਈ ਹੈ ਤਾਂ ਉਸ ਤੋਂ ਬਾਅਦ ਦੁਬਾਰਾ ਇੱਥੇ ਬੋਟਲਸ ਆ ਰਹੀਆਂ ਨੇ, ਉਹ ਵੀ ਓਪਨ ਦੇ ਵਿੱਚ। ਮੈਂ ਨਹੀਂ ਮੰਨਦਾ ਜੀ ਉਹੀ ਬੋਟਲਸ ਬਲਾਸਟ ਕਰ ਰਹੀਆਂ, ਉਹ ਬਲਾਸਟ ਕਰ ਰਹੀਆਂ ਜੀ। ਬਲੰਡਰ ਨਹੀਂ, ਬਲੰਡਰ ਤੇ ਬਲੰਡਰ। ਹਾਂਜੀ, ਇੱਥੇ ਬਸ ਇਹ ਹੈ ਕਿ ਸਾਡਾ ਬਚਾਅ ਹੋ ਗਿਆ ਜੀ। ਛੁੱਟੀਆਂ ਚੱਲ ਰਹੀਆਂ ਨੇ ਤੇ ਕੱਲ ਤੋਂ ਹੀ ਐਡੀਸ਼ਨਲ ਸੈਸ਼ਨ ਜੱਜਿਸ ਸਾਡੇ ਕਾਫੀ ਛੁੱਟੀਆਂ ਤੇ ਚਲੇ ਗਏ, ਇਸ ਕਰਕੇ ਥੋੜਾ ਜਿਹਾ ਰਸ਼ ਘਟ ਗਿਆ ਸਾਡਾ। ਨਹੀਂ ਤਾਂ ਜੇ ਨਾਰਮਲ ਕੰਮ ਹੁੰਦਾ ਤੇ 9 ਵਜੇ ਬਲਾਸਟ ਹੁੰਦਾ ਤਾਂ ਮੈਂ ਕਹਿੰਦਾ ਗੱਡੀਆਂ ਦਾ ਵੀ ਨੁਕਸਾਨ ਹੋਣਾ ਸੀਗਾ ਜੀ। ਉਹਨਾਂ ਦੇ ਵੀ ਸ਼ੀਸ਼ੇ ਟੁੱਟੇ ਆ, ਕੰਚ ਟੁੱਟੇ ਆ। ਪਰ ਫਿਰ ਪੁਲਿਸ ਤਾਂ ਆਫੀਸ਼ੀਅਲ ਤੌਰ ਤੇ ਇਹਨੂੰ ਸਿਰਫ ਇੱਕ ਕੰਚ ਦੀ ਸ਼ੀਸ਼ੀ ਟੁੱਟਣ ਦੀ, ਬੋਟਲ ਟੁੱਟਣ ਦੀ ਗੱਲ ਕਰ ਰਹੀ ਹੈ। ਦੇਖੋ ਪੁਲਿਸ ਦਾ ਇੱਕ ਆਪਣਾ ਰੋਲ ਹੁੰਦਾ ਜੀ। ਉਹਨਾਂ ਨੇ ਪੈਨਿਕ ਵੀ ਨਹੀਂ ਕਰਨ ਦੇਣਾ ਸੋਸਾਇਟੀ ਨੂੰ ਵੀ ਇਹ ਕੁਝ ਹੋ ਗਿਆ। ਪਰ ਮੈਂ ਫਿਰ ਵੀ ਇਹ ਗੱਲ ਕਹਿਣਾ ਕਿ ਚਾਹੇ ਬੋਟਲ ਬਲਾਸਟ ਹੋਈ ਹੈ ਜੀ, ਸਿਕਿਉਰਿਟੀ ਲੈਪਸਿਸ ਤਾਂ ਹੈਗੇ ਹੀ ਨਹੀਂ। ਵੀ ਤੁਹਾਡੇ ਮਾਲ ਗੋਦਾਮ ਦੇ ਅੱਗੇ ਏਡਾ ਜੇ ਗੰਦ ਵੀ ਤੁਸੀਂ ਕਹਿੰਦੇ ਹੋ ਕਿਵੇਂ ਪੈ ਗਿਆ, ਤੇ ਗੰਦ ਵੀ ਉਸ ਚੀਜ਼ ਦਾ ਪੈ ਗਿਆ ਵੀ ਬੋਟਲ ਦਾ ਬਲਾਸਟ ਹੋ ਗਿਆ ਜੀ। ਇਟ ਮੀਨਸ ਉਹਦੇ ਵਿੱਚ ਵੀ ਕੁਝ ਕੈਮੀਕਲ ਹੋਏਗਾ ਜੀ। ਸਾਡਾ ਮੌਕੇ ਤੇ ਗਿਆ, ਮੈਂ ਦੇਖਿਆ ਉੱਥੇ ਏਰੀਆ ਨੂੰ ਵੀ ਹੁਣ ਸੀਲ ਕਰ ਦਿੱਤਾ ਗਿਆ ਪੂਰਾ, ਉੱਥੇ ਰੱਸੀਆਂ ਦੇ ਨਾਲ ਐਟਲੀਸਟ। ਸੋ ਉਹਦਾ ਵੀ ਕੀ ਮਕਸਦ ਹੋ ਸਕਦਾ? ਸਰ 9:15 9:30 ਤੋਂ ਬਾਅਦ ਸਾਨੂੰ ਵੀ ਨਹੀਂ ਜਾਣ ਦਿੱਤਾ ਗਿਆ। ਇਸ ਕਾਰਡਨ ਆਫ ਦਾ ਕਰਤਾ ਉਹਨੂੰ। ਅਸੀਂ ਇਸੇ ਗੱਲਾਂ ਨੂੰ ਬਾਰ-ਬਾਰ ਅਸੀਂ ਕਰ ਰਹੇ ਹਾਂ ਵੀ ਜੇ ਸਿਰਫ ਉਹਨਾਂ ਦੀ ਥਿਊਰੀ ਦੇ ਹਿਸਾਬ ਨਾਲ ਵੀ ਚੱਲੀਏ ਵੀ ਸਿਰਫ ਇੱਕ ਅਸੀਂ ਸਫਾਈ ਕਰ ਰਹੇ ਸੀ, ਅੱਗ ਲਾ ਰਹੇ ਹਾਂ ਜੀ ਜਿੱਥੇ ਐਕਸਪਲੋਸਿਵ ਪਿਆ, ਵੀ ਉੱਥੇ ਅੱਗ ਲਾਉਣ ਦੀ ਪਰਮਿਸ਼ਨ
ਇਹ ਬਹੁਤ ਬੜੀ ਮੈਟਰ ਹੈ ਜੀ ਇਸ ਚੀਜ਼ ਦਾ, ਕਿਉਂਕਿ ਉਹ ਬਲੰਡਰ ਇੰਪੈਕਟ ਤਾਂ ਕੁਝ ਵੀ ਹੋ ਸਕਦਾ ਜੀ ਉਹਦਾ, ਤੇ ਉਹਦੇ ਨਾਲ ਜਿਹੜੀ ਸਾਡੀ ਬਿਲਡਿੰਗਸ ਹੈ ਘੱਟੋ ਘੱਟ ਅੱਜ ਹੁਣ ਵੀ ਇਸ ਟਾਈਮ ਵੀ ਛੁੱਟੀਆਂ ਦੇ ਵਿੱਚ ਵੀ ਘੱਟੋ ਘੱਟ 1000 ਬੰਦਾ ਤਾਂ ਲਾਇਰਸ ਹੈਗਾ ਜੀ ਉਰੇ, ਤੇ ਉਹਨਾਂ ਦੀ ਸਿਕਿਉਰਿਟੀ ਕੀ ਹੈ ਜੀ, ਮਤਲਬ ਤੁਸੀਂ ਅਜੇ ਲੈਪਸਿਸ ਕਰਦੇ ਰਹੋਗੇ ਤਾਂ ਅਸੀਂ ਹਜੇ 2 ਸਾਲ ਪਹਿਲਾਂ ਹੀ ਐਡਾ ਵੱਡਾ ਹਾਦਸਾ ਹੋਇਆ ਜਿਹਦੀ ਹਜੇ ਤੱਕ ਅਸੀਂ ਭੁੱਲ ਹੀ ਨਹੀਂ ਪਾਏ ਹਾਂ। ਹਜੇ ਵੀ ਉਹ ਏਰੀਆ ਵੀ ਉਦਾਂ ਦਾ ਹੀ ਪਿਆ। ਹਾਂਜੀ NIA ਹਜੇ ਵੀ ਆਉਂਦੀ ਹੈ ਜੀ, NIA ਦੇ ਹਜੇ ਵੀ 2-3 ਬੰਦੇ ਇੱਥੇ ਆ ਕੇ ਰੋਜ਼ ਮੈਨੂੰ ਪਤਾ ਲੱਗਦਾ ਜੀ, ਮਤਲਬ 2-3 ਹਫ਼ਤੇ ਬਾਅਦ ਆ ਕੇ ਇੱਥੇ ਆਉਂਦੇ ਆ ਜੀ ਉਹ, ਮਤਲਬ ਉਸ ਦੇ ਬਾਵਜੂਦ ਵੀ ਐਡਾ ਸੈਂਸਿਟਿਵ ਹੋਣ ਦੇ ਬਾਵਜੂਦ ਵੀ ਤੁਸੀਂ ਅਜੇ ਸਿਕਿਉਰਿਟੀ ਲੈਪਸਿਸ ਕਰ ਰਹੇ ਹੋ, ਤੇ ਇਹ ਸਾਨੂੰ ਅਸੀਂ ਇਹੀ ਹੈ ਜੀ, ਕੀ ਮੰਗ ਕਰਦੇ ਹੋ? ਅਸੀਂ ਸੈਸ਼ਨ ਜੱਜ ਸਾਹਿਬ ਨਾਲ ਨੂੰ ਵੀ ਹਰ ਵਾਰ ਇਹੀ ਮੰਗ ਕੀਤੀ ਹੈ ਵੀ ਇਹਨੂੰ ਇੱਥੋਂ ਚੁਕਾਓ, ਐਟਲੀਸਟ ਇੱਥੇ ਸਿਰਫ ਉਹ ਚੀਜ਼ ਰੱਖੋ ਜਿਹੜੀ ਕਿਸੇ ਦੀ ਜਾਨ ਮਾਲ ਦਾ ਖਤਰਾ ਨਾ ਹੋਵੇ ਵੀ ਠੀਕ ਹੈ। ਸੋ ਇਸ ਵਾਰ ਵੀ ਤੁਹਾਡਾ ਜਿਵੇਂ ਤੁਸੀਂ ਆਪਣੀ ਨਵੀਂ ਜਿਹੜੀ ਬਾਰ ਆਈ ਹੈ ਉਹਨਾਂ ਨੂੰ ਕੋਈ ਰਿਕੁਐਸਟ ਕਰੋਗੇ ਜਾਂ ਤੁਸੀਂ ਹਿਮਸੈਲਫ ਕੋਈ ਇਹਦਾ ਸੰਗਿਆਨ ਲੈ ਕੇ ਕੋਈ ਇਹ ਮੰਗ ਕਰੋਗੇ? ਸਰ ਜਿਹੜੀ ਨਵੀਂ ਆਈ ਹੋਈ ਹੈ ਜੀ ਉਹਨਾਂ ਨੇ ਆਲਰੇਡੀ ਇਹ ਮੁੱਦਾ ਚੱਕਿਆ ਹੋਇਆ ਕਿ ਵੀ ਇੱਥੋਂ ਸਾਡਾ ਸਮਾਨ ਚੱਕੋ ਤੇ ਸਾਨੂੰ ਪਾਰਕਿੰਗ ਦੀ ਇਸ਼ੂ ਦਿੱਤੀ, ਪਾਰਕਿੰਗ ਦਾ ਜਗ੍ਹਾ ਦਿੱਤੀ ਜਾਵੇ। ਆਲਰੇਡੀ ਇਹ ਸਾਡੀ ਮੰਗ ਹੈਗੀ ਹੈ ਜੀ, ਤੇ ਇਹਦੇ ਰਿਗਾਰਡਿੰਗ ਹੀ ਅਸੀਂ ਲੜੇ ਸੀਗੇ ਜੁਡੀਸ਼ਰੀ ਦੇ ਨਾਲ ਵੀ, ਇਨਫੈਕਟ ਸਾਡਾ ਕਿਉਂਕਿ ਸਟਾਫ ਜੁਡੀਸ਼ਰੀ ਤੇ ਲਾਇਰਸ ਅਸੀਂ ਸਾਰੇ ਇਕੱਠੇ ਆ ਜੀ, ਅਸੀਂ ਇਹ ਨਹੀਂ ਕਹਿ ਸਕਦੇ ਅਸੀਂ ਸਟਾਫ ਨਾਲ ਲੜੇ, ਅਸੀਂ ਇੱਕ ਤਰੀਕੇ ਨਾਲ ਜੁਡੀਸ਼ਰੀ ਨਾਲ ਵੀ ਲੜੇ ਸੀਗੇ ਵੀ ਅਸੀਂ ਤੁਹਾਡੇ ਵੀ ਖਿਲਾਫ ਚਲੇ ਜਾਵਾਂਗੇ ਜੇ ਸਾਨੂੰ ਸਾਡੇ ਤੇ ਗੱਲ ਆਉਂਦੀ ਹੈ। ਸਰ ਸਾਨੂੰ ਆਪਣੀ ਪਾਰਕਿੰਗ ਨਹੀਂ ਆਉਂਦੀ, ਬੰਦਿਆਂ ਦੀ ਗੱਡੀ ਆਉਂਦੀ ਹੈ, ਨਵੀਂ ਗੱਡੀ ਆਉਂਦੀ ਹੈ, ਉਹ ਤੇ ਝਰੀਟਾ ਪੈ ਜਾਂਦੀ ਹੈ ਜੀ, ਕੌਣ ਪੇ ਕਰੇਗਾ ਜੀ? ਅਸੀਂ ਇੱਥੋਂ ਹੀ ਖਾਣਾ, ਇੱਥੋਂ ਹੀ ਕਮਾਉਣਾ ਹੈ, ਤੇ ਇੱਥੇ ਜੇ ਸਾਡੀ ਸੇਫਟੀ ਨਹੀਂ ਹੈਗੀ ਫਿਰ ਅਸੀਂ ਕਿੱਥੇ ਜਾਵਾਂਗੇ? ਸਾਡੀ ਮੰਗ ਇਹੀ ਹੈ ਜੀ ਇਹਨੂੰ ਪ੍ਰੋਪਰਲੀ ਸਟ੍ਰੀਮਲਾਈਜ਼ ਕੀਤਾ ਜਾਵੇ, ਕੋਈ ਹਾਰਡ ਡਿਸੀਜਨ ਲੈਣਾ ਲੈਣ, ਅਸੀਂ ਨਾਲ ਹੈ, ਬਟ ਉਹ ਡਿਸੀਜਨ ਹੋਵੇ ਜੀ, ਗੱਲਾਂ ਬਾਤ ਨਾ ਹੋਵੇ। ਪਰ ਅੱਜ ਦਾ ਜਿਹੜੇ ਬਲਾਸਟ ਤੇ ਤੁਹਾਡਾ ਸਿੱਧਾ ਚੈਲੰਜ ਹੈ ਕਿ ਇਹ ਬੋਟਲ ਦਾ ਬਲਾਸਟ ਨਹੀਂ ਹੈ ਜੀ, ਇਹ ਬੋਟਲ ਦਾ ਬਲਾਸਟ ਨਹੀਂ ਹੈ ਜੀ, ਐਟਲੀਸਟ ਸਿੰਪਲ ਬੋਟਲ ਦਾ ਬਲਾਸਟ ਨਹੀਂ ਹੈ। ਬੋਟਲ ਦਾ ਬਲਾਸਟ ਹੋ ਸਕਦਾ ਪਰ ਬੋਟਲ ਦੇ ਵਿੱਚ ਕੁਝ ਹੋਏਗਾ ਜਿਹੜਾ ਕਿ ਐਕਸਪਲੋਸਿਵ ਜਾਂ ਕੁਝ ਖਰਾਬੀ ਕਰਨ ਵਾਲਾ ਸੀਗਾ, ਹੈ ਜੀ, ਹੈ ਜਿਹੜਾ ਲੁਕੋਇਆ ਜਾ ਰਿਹਾ। ਸਰ ਸ਼ੀਸ਼ੇ ਨਹੀਂ ਟੁੱਟਦੇ ਜੀ, ਇੰਨੀ ਆਵਾਜ਼ ਨਹੀਂ ਆਉਂਦੀ ਜੀ, ਅਸੀਂ ਰੋਜ਼ ਅਸੀਂ ਇਹੀ ਦੇਖੀਦਾ ਜੀ, ਅਸੀਂ ਬਹੁਤ ਕੁਝ ਭੁਗ ਚੁੱਕੇ ਹਾਂ ਜੀ, ਇੰਨੀ ਸਾਡੀ ਉਮਰ ਹੈ, ਅਸੀਂ 90s ਦਾ ਵੀ ਦੇਖਿਆ ਜੀ, ਅਸੀਂ ਪਿੱਛੇ 2 ਸਾਲ ਪਹਿਲਾਂ ਬੰਬ ਬਲਾਸਟ ਵੀ ਦੇਖਿਆ, ਰਿਪੋਰਟਸ ਵੀ ਪੜ੍ਹੀਆਂ ਜੀ, ਅਸੀਂ ਬਲਿਸਟਿਕ ਵਾਲੀਆਂ, ਅਸੀਂ ਕੇਸ ਵੀ ਲੜਦੇ ਹਾਂ ਜੀ, ਇਹ ਉਹ ਬਲਾਸਟ ਨਹੀਂ ਸੀਗਾ ਜੀ ਜੋ ਇਹ ਪੁਲਿਸ ਕਹਿ ਰਹੀ। ਇੱਥੇ ਮੈਂ ਇੱਕ ਹੋਰ ਗੱਲ ਵੀ ਕਹਿਣਾ ਚਾਹੁੰਦਾ ਸਰ, ਜੁਡੀਸ਼ੀਅਲ ਆਫੀਸਰਸ ਨੂੰ ਵੀ ਚਾਹੀਦਾ ਹੈ ਕਿ ਇਸ ਚੀਜ਼ ਨੂੰ ਆਪਣੇ ਲਈ ਸੀਰੀਅਸ ਲੈਣ, ਇਹ ਸਾਡਾ ਇੱਕ ਸਾਨੂੰ ਨਾ ਦੇਖਣ, ਕਿਉਂਕਿ ਜਿਸ ਅਮਾਊਂਟ ਦੇ ਕੇਸਿਸ ਉਹਨਾਂ ਕੋਲ ਚੱਲਦੇ ਆ ਖਤਰਾ ਤਾਂ ਉਹਨਾਂ ਤੇ ਵੀ ਹੈ ਜੀ, ਸਾਨੂੰ ਉਹਨਾਂ ਤੇ ਹੀ ਹੈ ਜੀ, ਉਹਨਾਂ ਤੇ ਹੀ ਹੈ। ਸਾਡੀ ਤਾਂ ਚਲੋ ਇੰਟਰਨਲ ਰਾਈਵਲਰੀ ਕਿਸੇ ਬੰਦੇ ਨਾਲ ਹੋ ਸਕਦੀ ਹੈ, ਨਾ ਹੋ ਸਕਦੀ ਹੈ, ਉਹਨਾਂ ਦੀ ਤਾਂ ਸੁਸਾਇਟੀ ਨਾਲ ਵੀ ਹੋ ਸਕਦੀ ਹੈ, ਇੱਕ ਆਰਗੇਨਾਈਜੇਸ਼ਨ ਨਾਲ ਵੀ ਸਿੱਧੀ ਲੜਾਈ ਹੋ ਸਕਦੀ ਹੈ ਵੀ ਉਹਨਾਂ ਨੇ ਬਚਣ ਲਈ ਕੁਝ ਵੀ ਕਰ ਸਕਦੇ ਆ, ਤੁਸੀਂ ਕਿਸੇ ਦਾ ਵੀ ਪੁੱਠੇ ਦਿਮਾਗ ਨੂੰ ਫੜ ਨਹੀਂ ਸਕਦੇ। ਇੱਥੇ ਹੋਰ ਵੀ ਮੈਂ ਦੱਸ ਦਿੰਦਾ ਜੀ, ਕੱਲ ਸਾਡੇ ਇੱਥੇ ਹਾਈ ਕੋਰਟ ਦੇ ਇੰਸਪੈਕਟਿੰਗ ਜੱਜ ਸਾਹਿਬ ਆਏ ਸੀਗੇ ਜੀ, ਤੇ ਜੇ ਇਹ ਬਲਾਸਟ ਕੱਲ ਹੋ ਜਾਂਦਾ ਜੀ ਫਿਰ ਇਹ ਕਿੱਡਾ ਵੱਡਾ ਇਸ਼ੂ ਬਣਨਾ ਸੀਗਾ ਜੀ। ਜੁਡੀਸ਼ਰੀ ਨੂੰ ਆਪਣੇ ਲਈ ਵੀ ਇਹ ਚੱਕਣਾ ਚਾਹੀਦਾ ਜੀ, ਅਸੀਂ ਸੈਸ਼ਨ 'ਚ ਸਾਨੂੰ ਇਹੀ ਬਾਰ-ਬਾਰ ਕਹਿੰਦੇ ਸੀ ਵੀ ਸਾਡਾ ਮੁੱਦਾ ਨਹੀਂ ਹੈ, ਇਹ ਆਪਣਾ ਮੁੱਦਾ ਹੈ ਜੀ, ਇਹਦੇ ਵਿੱਚ ਸਾਡਾ ਰੋਲ ਨਹੀਂ, ਤੁਹਾਡਾ ਸਗੋਂ ਜ਼ਿਆਦਾ, ਤੁਸੀਂ ਆਪਣੀ ਸੇਫਟੀ ਕਿੰਨੀ ਕਰ ਲਓਗੇ ਜੇ ਤੁਹਾਨੂੰ ਬਾਹਰੋਂ ਇੱਧਰੋਂ ਹੀ ਕੁਝ ਹੋ ਜਾਵੇ ਜੀ। ਇਸ ਕਰਕੇ ਅਸੀਂ ਜੁਡੀਸ਼ਰੀ ਨੂੰ ਦੁਬਾਰਾ ਮੈਂ ਰਿਕੁਐਸਟ ਕਰਦਾ ਵੀ ਇਹਨੂੰ ਐਗਜ਼ੀਕਿਊਟਿਵ ਨਾਲ ਮਿਲ ਕੇ ਇਹਨੂੰ ਕੰਕਰੀਟ ਸਟੈਪ ਕੀਤਾ ਜਾਵੇ। ਥੈਂਕ ਯੂ ਸਰ, ਥੈਂਕ ਯੂ। ਸੋ ਦੋਸਤੋ ਇਹ ਸੀਗੇ ਸਾਡੇ ਨਾਲ ਐਡਵੋਕੇਟ ਵਿਪਨ ਸੱਗੜ ਜਿਨ੍ਹਾਂ ਨੇ ਬਹੁਤ ਵੱਡੇ ਖੁਲਾਸੇ ਕਰ ਦਿੱਤੇ ਨੇ। ਅੱਜ ਜਿਹੜਾ ਕੋਰਟ ਕੰਪਲੈਕਸ ਦੇ ਵਿੱਚ ਇੱਕ ਵੱਡਾ ਬਲਾਸਟ ਹੋਇਆ ਹੈ, ਪੁਲਿਸ ਜਿੱਥੇ ਉਸ ਨੂੰ ਸਿਰਫ ਇੱਕ ਬੋਟਲ ਦਾ ਫਟਣਾ ਦੱਸ ਰਹੀ ਹੈ, ਉੱਥੇ ਹੀ ਇਹਨਾਂ ਨੇ ਚੈਲੰਜ ਕਰ ਦਿੱਤਾ ਹੈ ਕਿ ਜੋ ਸਾਡਾ ਤਜਰਬਾ ਕਹਿੰਦਾ ਹੈ ਕਿ ਇਹ ਸਿਰਫ ਇੱਕ ਬੋਟਲ ਦਾ ਬਲਾਸਟ ਨਹੀਂ ਹੈ, ਔਰ ਮਾਲ ਗੋਦਾਮ ਦੇ ਅੰਦਰ ਬਹੁਤ ਸਾਰੇ ਚੀਜ਼ਾਂ ਪਈਆਂ ਹੁੰਦੀਆਂ, ਮਤਲਬ ਬੇਸਿਕਲੀ ਜਿਹੜੀ ਐਕਸਪਲੋਰ ਪਿਆ ਹੁੰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਹੈਰਾਨੀਜਨਕ ਹੈ ਕਿ ਇਹੋ ਜਿਹੀ ਸੰਵੇਦਨਸ਼ੀਲ ਜਗ੍ਹਾ ਦੇ ਬਾਹਰ ਅੱਗ ਕਿੱਦਾਂ ਲੱਗੀ, ਸਫਾਈ ਕਰਮਚਾਰੀਆਂ ਵੱਲੋਂ ਅੱਗ ਲਗਾਇਆ ਜਾਣਾ, ਉੱਥੇ ਬਲਾਸਟ ਜਿੱਥੇ ਗੱਡੀ ਪਾਰਕਿੰਗ ਦੀ ਜਗ੍ਹਾ ਨਹੀਂ ਹੈ ਉਹਦੇ ਬਾਹਰ ਅੱਗ ਲਗਾਇਆ ਜਾਣਾ, ਮਤਲਬ ਇਹ ਸਾਰੇ ਸਵਾਲ ਖੜੇ ਹੋ ਰਹੇ ਨੇ। ਇਹ ਵੱਡੀ ਅਣਗਹਿਲੀ ਹੈ। ਖੈਰ ਫਿਲਹਾਲ ਇਸ ਵੇਲੇ ਮੌਕਾ ਇੱਕ ਵਾਰੀ ਸੀਲ ਕਰ ਦਿੱਤਾ ਗਿਆ, ਪਰ ਜਿਹੜੇ ਇਹਨਾਂ ਵੱਲੋਂ ਚੱਕੇ ਗਏ ਸਵਾਲ ਜਿਹੜੇ ਹੈ ਉਹ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨ ਉਹਨੂੰ ਜ਼ਰੂਰ ਸੰਗਿਆਨ ਲਏਗੀ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।